ਡੀਅਰ ਸਟੂਡੈਂਟਸ ਵੈਲਕਮ। ਸਭ ਤੋਂ ਪਹਿਲਾਂ ਤਾਂ ਤੁਹਾਡੇ ਕੱਲ ਦੇ ਐਗਜ਼ਾਮ ਦੇ ਲਈ ਬੈਸਟ ਵਿਸ਼ੇਸ। ਮੈਂ ਉਮੀਦ ਕਰਦੀ ਹਾਂ ਕਿ ਤੁਹਾਡੀ ਜਿਹੜੀ ਪ੍ਰੈਪਰੇਸ਼ਨ ਹੈ ਬਹੁਤ ਵਧੀਆ ਤਰੀਕੇ ਨਾਲ ਹੋ ਗਈ ਹੋਣੀ ਹੈ। ਤੇ ਅੱਜ ਦੀ ਇਸ ਵੀਡੀਓ ਨੂੰ ਬਣਾਉਣ ਦਾ ਜਿਹੜਾ ਮੋਟਿਵ ਹੈ ਉਹ ਇਹ ਹੈ ਕਿ ਤੁਹਾਨੂੰ ਜੋ ਥੋੜਾ ਪੇਪਰ ਪੈਟਰਨ ਹੈ, ਸ਼ਾਰਟ ਨੋਟ ਵਗੈਰਾ ਕਿਸ ਤਰ੍ਹਾਂ ਬਣਦੇ ਆ ਉਹਦੇ ਬਾਰੇ ਦੱਸ ਦਈਏ। ਪੇਪਰ ਵਿੱਚ ਤੁਹਾਡਾ ਟੋਟਲ 100 ਨੰਬਰ ਦਾ ਹੈ। ਜਿਹੜਾ ਤੁਹਾਡਾ ਪੇਪਰ ਥਿਊਰੀ ਹੋਏਗਾ ਕੱਲ ਜੋ ਹੋ ਰਿਹਾ ਉਹ 70 ਮਾਰਕਸ ਦਾ ਹੈ ਤੇ ਇੰਟਰਨਲ ਅਸੈਸਮੈਂਟ 30 ਮਾਰਕਸ ਦੀ ਹੈ। ਹੁਣ ਅਸੀਂ ਇਹਦੇ ਵਿੱਚ ਜਿਹੜਾ ਤੁਹਾਡਾ ਪੇਪਰ ਆ ਉਹ ਕਿਸ ਤਰੀਕੇ ਨਾਲ ਆਏਗਾ। ਸੈਕਸ਼ਨ ਤੁਹਾਡੇ 3 ਹੋਣਗੇ, ਏ ਬੀ ਤੇ ਸੀ। ਏ ਦੇ ਵਿੱਚ ਵੀ 4 ਕੁਐਸਚਨ ਹੋਣਗੇ, ਬੀ ਦੇ ਵਿੱਚ ਵੀ 4 ਹੋਣਗੇ ਲੌਂਗ, ਜਿਨ੍ਹਾਂ ਦੇ ਵਿੱਚੋਂ ਤੁਸੀਂ 2-2 ਕਰਨੇ ਆ। ਤੇ ਜਿਹੜਾ ਸੈਕਸ਼ਨ ਸੀ ਹੈ ਉਹ ਕੰਪਲਸਰੀ ਹੈ, ਜਿਹਦੇ ਵਿੱਚ 10 ਕੁਐਸਚਨ ਹੋਣਗੇ ਤੇ ਹਰ ਇੱਕ ਜਿਹੜਾ ਕੁਐਸਚਨ ਉਹ 3 ਨੰਬਰ ਦਾ ਹੋਏਗਾ, ਮੀਨਜ਼ 30 ਨੰਬਰ ਦੇ ਸ਼ਾਰਟ ਨੋਟ ਹੋਣਗੇ। ਹੁਣ ਅਸੀਂ ਇਹਦੇ ਵਿੱਚ ਗੱਲ ਕਰਦੇ ਹਾਂ ਪਹਿਲਾਂ ਸੈਕਸ਼ਨ ਏ ਦੀ। ਹੁਣ ਸੈਕਸ਼ਨ ਏ ਦੇ ਵਿੱਚ ਸਾਡੇ ਕੋਲ ਇਹਦੇ ਵਿੱਚ 3 ਪਾਰਟ ਸ਼ੋ ਹੋ ਰਹੇ ਨੇ, ਤੁਸੀਂ ਦੇਖ ਰਹੇ ਹੋ। ਤਿੰਨਾਂ ਦੇ ਵਿੱਚੋਂ ਤੁਹਾਨੂੰ 4 ਲੌਂਗ ਕੁਐਸਚਨ ਆਉਣੇ ਆ ਤੇ ਤੁਸੀਂ ਕੋਈ 2 ਕਰਨੇ ਆ। ਹੁਣ ਜਿਵੇਂ ਪਹਿਲਾ ਹੈਗਾ ਇਹਦੇ ਵਿੱਚ ਐਜੂਕੇਸ਼ਨ ਪਾਲਿਸੀ, ਇਹਦਾ ਮੀਨਿੰਗ ਹੈ ਤੇ ਪਾਲਿਸੀ ਡਿਟਰਮੀਨੈਂਟਸ ਨੇ। ਇਹਦੇ ਵਿੱਚ ਸ਼ਾਰਟ ਕੁਐਸਚਨ ਕਿਵੇਂ ਬਣ ਰਿਹਾ, ਐਜੂਕੇਸ਼ਨਲ ਪਾਲਿਸੀ ਦਾ ਮੀਨਿੰਗ ਵੀ ਬਣ ਰਿਹਾ ਹੈ ਤੇ ਪਾਲਿਸੀ ਡਿਟਰਮੀਨੈਂਟਸ ਦੇ ਸ਼ਾਰਟ ਵੀ ਬਣ ਸਕਦਾ ਹੈ, ਕਿਉਂਕਿ ਤਾਂ ਤੁਸੀਂ ਉਹਨੂੰ ਸ਼ਾਰਟ ਦੇ ਵਿੱਚ ਲਿਖ ਦੋਗੇ ਉਸ ਟਾਈਮ ਜੇਕਰ ਤੁਹਾਨੂੰ ਕਿਹਾ ਜਾਂਦਾ ਕਿ ਪਾਲਿਸੀ ਡਿਟਰਮੀਨੈਂਟਸ ਕਿਹੜੇ ਕਿਹੜੇ ਨੇ। ਤੇ ਜੇਕਰ ਤੁਹਾਨੂੰ ਸ਼ਾਰਟ ਆਉਂਦਾ ਹੈ ਕਿ ਐਜੂਕੇਸ਼ਨਲ ਪਾਲਿਸੀ ਦਾ ਮੀਨਿੰਗ, ਤਾਂ ਤੁਸੀਂ ਮੀਨਿੰਗ ਲਿਖਦੇ ਹੋਏ ਨਾਲ ਜਿਹੜੀਆਂ ਉਹਦੇ ਡੈਫੀਨੇਸ਼ਨਸ ਨੇ ਉਹ ਲਿਖੋਗੇ। ਹੁਣ ਜੇਕਰ ਪਾਲਿਸੀ ਡਿਟਰਮੀਨੈਂਟਸ ਆਉਂਦਾ ਹੈ ਤਾਂ ਉਹਦੇ ਵਿੱਚ ਵੀ ਤੁਸੀਂ ਜੋ ਪਾਲਿਸੀ ਹੈ ਉਹਦੇ ਬਾਰੇ ਪਹਿਲਾਂ ਜ਼ਰੂਰ ਲਿਖੋਗੇ, ਫਿਰ ਤੁਸੀਂ ਜਿਹੜੇ ਉਹਦੇ ਡਿਟਰਮੀਨੈਂਟਸ ਨੇ ਉਹਦੇ ਬਾਰੇ ਲਿਖਣਾ ਤੇ ਐਂਡ ਤੇ ਤੁਸੀਂ ਉਹਦਾ ਜਿਹੜਾ ਕਨਕਲੂਜਨ ਹੈ ਉਹ ਜ਼ਰੂਰ ਦੇਣਾ ਹੈ ਲੌਂਗ ਕੁਐਸਚਨ ਦੇ ਵਿੱਚ। ਸੈਕਿੰਡ ਹੈ ਪਾਲਿਸੀ ਫਾਰਮੂਲੇਸ਼ਨ। ਇਹਦੇ ਵਿੱਚ ਰੋਲ ਆਫ MHRD, NCERT ਤੇ NESCOM 3 ਚੀਜ਼ਾਂ ਸ਼ਾਮਿਲ ਨੇ। ਜੋ ਇਹਦੇ ਵਿੱਚ ਵੀ ਪਹਿਲਾਂ ਪਾਲਿਸੀ ਫਾਰਮੂਲੇਸ਼ਨ ਦਾ ਮੀਨਿੰਗ ਆਏਗਾ, ਮੀਨਿੰਗ ਦੇ ਨਾਲ ਡੈਫੀਨੇਸ਼ਨਸ ਨੇ। ਫਿਰ ਇਹਦੇ ਵਿੱਚ ਜੋ 3 MHRD, NCERT ਤੇ NESCOM 3 ਚੀਜ਼ਾਂ ਨੇ, ਤਾਂ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ 2 ਨੂੰ ਮਿਲਾ ਕੇ ਵੀ ਲੌਂਗ ਕੁਐਸਚਨ ਆ ਸਕਦਾ ਹੈ ਜਾਂ ਕਿਸੇ ਇੱਕ ਤੇ ਵੀ ਆ ਸਕਦਾ ਹੈ। ਜੇਕਰ 2 ਨੂੰ ਮਿਲਾ ਕੇ ਆਉਂਦਾ ਹੈ ਤਾਂ ਤੁਸੀਂ ਦੇਖਣਾ ਕਿ ਤੁਸੀਂ ਜੇਕਰ 6 ਪੇਜ ਦਾ ਆਨਸਰ ਕਰ ਰਹੇ ਹੋ ਤਾਂ ਘੱਟੋ ਘੱਟ 3 ਪੇਜ ਇੱਕ ਨੂੰ ਜ਼ਰੂਰ ਦਿਓ। ਤੇ ਜੇਕਰ ਤੁਹਾਨੂੰ ਜਿਹੜਾ ਇਹ ਤੇ ਸ਼ਾਰਟ ਨੋਟ ਆਉਂਦਾ ਮੰਨ ਲਓ MHRD, ਤਾਂ ਤੁਸੀਂ ਉਹਨੂੰ ਉਹਨਾਂ ਕੁ ਡਿਫਾਈਨ ਕਰੋਗੇ ਜਿੰਨੀ ਕੁ ਜ਼ਰੂਰਤ ਹੈ ਕਿ MHRD ਕੀ ਹੈ, ਜਿਵੇਂ ਦੇ ਓਬਜੈਕਟਿਵਸ ਕੀ ਨੇ ਉਸ ਤਰੀਕੇ ਨਾਲ। ਐਸੇ ਤਰੀਕੇ ਨਾਲ ਹੀ NCERT, ਐਸੇ ਤਰੀਕੇ ਨਾਲ ਹੀ NESCOM। ਮੰਨ ਲਓ ਤੁਹਾਨੂੰ ਆ ਜਾਂਦਾ ਓਬਜੈਕਟਿਵਸ ਆਫ NESCOM, ਤਾਂ ਤੁਸੀਂ ਸਿਰਫ NESCOM ਦੇ ਓਬਜੈਕਟਿਵਸ ਹੀ ਲਿਖੋਗੇ ਐਜ ਏ ਸ਼ਾਰਟ ਨੋਟ। ਬਟ ਜਦੋਂ ਤੁਹਾਨੂੰ ਇਹਨਾਂ ਤਿੰਨਾਂ ਬਾਰੇ ਜਾਂ ਤਿੰਨਾਂ ਚੋਂ ਕਿਸੇ ਇੱਕ ਬਾਰੇ ਲੌਂਗ ਕੁਐਸਚਨ ਆਉਂਦਾ ਹੈ ਤਾਂ ਤੁਸੀਂ ਉਹਨੂੰ ਉਸ ਤਰੀਕੇ ਨਾਲ ਕਰਨਾ ਹੈ ਕਿ ਤੁਹਾਡਾ ਜਿਹੜਾ ਪੇਪਰ ਹੈ ਉਹਦੇ ਵਿੱਚ ਲੌਂਗ ਕੁਐਸਚਨ ਸਹੀ ਤਰੀਕੇ ਨਾਲ ਉਹ ਸੈੱਟ ਆ ਜਾਏ। ਇਹ ਨਹੀਂ ਹੈ ਕਿ ਤੁਸੀਂ ਉਹਨੂੰ ਬਹੁਤ ਛੋਟਾ ਜਿਹਾ ਬਣਾ ਦਿਓ, ਬਹੁਤ ਛੋਟਾ ਜਿਹਾ, ਕਿਉਂਕਿ ਜੇ ਤੁਸੀਂ 3 ਪੇਜ ਦਾ ਬਣਾਉਂਦੇ ਹੋ ਤਾਂ ਇਹ ਤੁਹਾਡਾ ਸਹੀ ਨਹੀਂ ਮੰਨਿਆ ਜਾਏਗਾ। ਮੀਨਜ਼ ਇਹਦੇ ਵਿੱਚੋਂ ਤੁਹਾਡੇ ਜਿਹੜੇ ਨੰਬਰ ਜਿੰਨੇ ਬਣਦੇ ਆ ਉਨੇ ਉਹ ਨਹੀਂ ਦੇਗਾ ਪੇਪਰ ਚੈੱਕ ਕਰਨ ਵਾਲਾ। ਇਸ ਕਰਕੇ ਤੁਸੀਂ ਸਹੀ ਤਰੀਕੇ ਨਾਲ ਮੈਨੇਜ ਕਰਨਾ ਹੈ ਤਿੰਨਾਂ ਹੀ ਟੌਪਿਕਸ ਨੂੰ। ਮੀਨਜ਼ ਇਹਦੇ ਬਾਰੇ ਤੁਹਾਨੂੰ ਇਕੱਲੀ ਜਿਹੜੀ ਗੱਲ ਹੈ ਕਲੀਅਰ ਹੋਣੀ ਚਾਹੀਦੀ ਹੈ, ਕਿਉਂਕਿ ਇਹ ਐਜ ਏ ਸ਼ਾਰਟ ਨੋਟ ਵੀ ਆ ਸਕਦੇ ਨੇ ਤੇ ਐਜ ਏ ਲੌਂਗ ਨੋਟ ਵੀ ਪੋਸੀਬਿਲਿਟੀ ਹੈ। ਹੁਣ ਨੈਕਸਟ ਜਿਹੜਾ ਸਿਲੇਬਸ ਹੈ ਇਹ ਨਵਾਂ ਐਡ ਹੋਇਆ ਹੈ, ਐਜੂਕੇਸ਼ਨ ਪਲੈਨਿੰਗ ਐਂਡ ਫਾਈਨਾਂਸਿੰਗ। ਇਹ ਅਲੱਗ-ਅਲੱਗ ਨੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਐਜੂਕੇਸ਼ਨਲ ਪਲੈਨਿੰਗ। ਹੁਣ ਇਹਦੇ ਵਿੱਚ ਕੀ ਹੈ, ਕਨਸੈਪਟ ਹੈ, ਨੀਡ, ਟਾਈਪਸ ਤੇ ਅਪਰੋਚਸ ਨੇ। ਸਭ ਤੋਂ ਪਹਿਲਾਂ ਜੋ ਐਜੂਕੇਸ਼ਨ ਪਲੈਨਿੰਗ ਹੈ ਇਹਦਾ ਮੀਨਿੰਗ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਹੈ। ਐਜ ਏ ਸ਼ਾਰਟ ਨੋਟ ਵੀ ਆ ਸਕਦਾ ਹੈ, ਕਿਉਂਕਿ ਜੇਕਰ ਤੁਸੀਂ ਲੌਂਗ ਕੁਐਸਚਨ ਲਿਖਦੇ ਹੋ ਤਾਂ ਵੀ ਇਹਦਾ ਜਿਹੜਾ ਅੱਗੋਂ ਸਟਾਰਟਿੰਗ ਹੈ ਉਹ ਐਜੂਕੇਸ਼ਨਲ ਪਲੈਨਿੰਗ ਬਾਰੇ ਹੀ ਲਿਖੋਗੇ ਕਿ ਐਜੂਕੇਸ਼ਨਲ ਪਲੈਨਿੰਗ ਕੀ ਹੁੰਦੀ ਹੈ। ਫਿਰ ਨੀਡ ਤੇ ਲੌਂਗ ਕੁਐਸਚਨ ਵੀ ਬਣਦਾ ਹੈ, ਮਿਲਾ ਕੇ ਬਣ ਜਾਏਗਾ, ਨੀਡ ਤੇ ਟਾਈਪਸ ਤੇ ਵੀ ਹੋ ਸਕਦਾ ਹੈ। ਹੁਣ ਜੇਕਰ ਨੀਡ ਤੇ ਸ਼ਾਰਟ ਨੋਟ ਆਉਂਦਾ ਤਾਂ ਤੁਸੀਂ ਉਹਦੇ ਵਿੱਚ ਜਸਟ ਜਿਹੜੇ ਮੇਨ ਕੋਈ 7-8 ਪੁਆਇੰਟਸ ਨੇ ਉਹਨਾਂ ਨੂੰ ਤੁਸੀਂ ਇੱਥੇ ਕਲੀਅਰ ਕਰ ਦੋਗੇ। ਫਿਰ ਟਾਈਪਸ, ਜੋ ਇਹਦੀਆਂ ਟਾਈਪਸ ਨੇ 10, 11, 12 ਹੈਗੀਆਂ, ਤੁਸੀਂ ਇਹਨਾਂ 'ਤੇ ਇੱਕ ਜਿਹੜਾ ਲੌਂਗ ਕੁਐਸਚਨ ਆ ਉਹ ਵੀ ਬਣ ਰਿਹਾ। ਮੀਨਜ਼ ਇਹ ਆ ਸਕਦਾ ਵੀ ਡਿਫਾਈਨ ਐਜੂਕੇਸ਼ਨਲ ਪਲੈਨਿੰਗ ਐਂਡ ਇਟਸ ਟਾਈਪਸ। ਤਾਂ ਜਿਹੜੀਆਂ ਟਾਈਪਸ ਨੇ ਤੁਸੀਂ ਉਹਨਾਂ ਨੂੰ ਕਲੀਅਰ ਕਰ ਦੋਗੇ। ਹੁਣ ਜਿਹੜੀਆਂ ਬੱਚੇ ਟਾਈਪਸ ਨੇ ਉਹਨਾਂ ਦੇ ਵਿੱਚੋਂ ਵੀ ਕੋਈ ਨਾ ਕੋਈ ਜਿਹੜਾ ਸ਼ਾਰਟ ਨੋਟ ਆ ਬਣ ਸਕਦਾ ਹੈ, ਜਿਵੇਂ ਕਿ ਲੌਂਗ ਟਰਮ ਪਲੈਨਿੰਗ, ਸ਼ਾਰਟ ਟਰਮ ਪਲੈਨਿੰਗ। ਹੁਣ ਇਹਦੇ ਨਾਲ ਕੀ ਹੋਏਗਾ ਕਿ ਇਹ ਜਿਹੜਾ ਲੌਂਗ ਕੁਐਸਚਨ ਹੈ ਉਹਦੇ ਵਿੱਚੋਂ ਹੀ ਜਿਹੜੇ ਸ਼ਾਰਟ ਨੋਟ ਨੇ ਉਹ ਨਿਕਲ ਰਹੇ ਨੇ। ਤੇ ਨਾਲ ਹੈ ਅਪਰੋਚਸ। 3 ਅਪਰੋਚਸ ਦਿੱਤੀਆਂ ਹੋਈਆਂ।
ਤਾਂ ਇਹਨਾਂ ਤਿੰਨ ਦੇ ਵਿੱਚੋਂ ਕੋਈ ਦੋ ਮਿਲਾ ਕੇ ਵੀ ਆ ਸਕਦੇ ਨੇ, ਤਿੰਨ ਦੀਆਂ ਤਿੰਨ ਇਕੱਠੀਆਂ ਵੀ ਆ ਸਕਦੀਆਂ। ਕੋਈ ਜਿਹੜੀ ਇੱਕ ਅਪਰੋਚ ਹੈ ਉਹ ਤੇ ਜਿਹੜਾ ਇੰਨਾ ਵੱਡਾ ਲੌਂਗ ਕੁਐਸਚਨ ਉਹ ਸਹੀ ਤਰੀਕੇ ਨਾਲ ਨਹੀਂ ਬਣ ਰਿਹਾ। ਇਸ ਕਰਕੇ ਤਿੰਨੋਂ ਜਿਹੜੀਆਂ ਅਪਰੋਚਸ ਨੇ ਸ਼ਾਰਟ ਨੋਟ ਦੇ ਲਈ ਵੀ ਇੰਪੋਰਟੈਂਟ ਨੇ। ਜੇ ਲੌਂਗ ਕੁਐਸਚਨ ਬਣਦਾ ਤਾਂ ਤਿੰਨਾਂ ਨੂੰ ਮਿਲਾ ਕੇ ਜਾਂ ਦੋ ਨੂੰ ਮਿਲਾ ਕੇ ਆਏਗਾ। ਨੈਕਸਟ ਹੈ ਪ੍ਰਿੰਸੀਪਲ ਆਫ ਫਾਈਨਾਂਸਿੰਗ। ਪ੍ਰਿੰਸੀਪਲ ਕਿਹੜੇ ਕਿਹੜੇ ਆ ਫਾਈਨਾਂਸਿੰਗ ਦੇ, ਇਹ ਤੇ ਸਿਰਫ ਦੇਖੋ ਇੱਕ ਸ਼ਾਰਟ ਨੋਟ ਹੀ ਬਣ ਰਿਹਾ। ਫਿਰ ਹੈ ਐਜੂਕੇਸ਼ਨਲ ਐਡਮਿਨਿਸਟ੍ਰੇਸ਼ਨ। ਐਜੂਕੇਸ਼ਨਲ ਐਡਮਿਨਿਸਟ੍ਰੇਸ਼ਨ ਇਹਦੇ ਵੀ ਸ਼ਾਰਟ ਨੋਟ ਹੈ, ਤੇ ਐਜੂਕੇਸ਼ਨ ਸੁਪਰਵਿਜ਼ਨ ਇਹਦੇ ਉੱਪਰ ਵੀ ਸ਼ਾਰਟ ਨੋਟ ਹੀ ਬਣ ਰਿਹਾ ਹੈ। ਨੈਕਸਟ ਹੈ ਰੋਲ ਆਫ ਸੈਂਟਰ, ਸਟੇਟ ਐਂਡ ਨਾਨ ਗਵਰਨਮੈਂਟਲ ਬਾਡੀਜ਼। ਹੁਣ ਇਹਨਾਂ ਤਿੰਨਾਂ ਨੂੰ ਮਿਲਾ ਕੇ ਲੌਂਗ ਕੁਐਸਚਨ ਬਣੇਗਾ, ਬਟ ਇਹਨਾਂ ਨੂੰ ਜੇਕਰ ਅਸੀਂ ਸਿੰਗਲ ਗੱਲ ਕਰੀਏ, ਰੋਲ ਆਫ ਸੈਂਟਰ ਗਵਰਨਮੈਂਟ ਜਾਂ ਰੋਲ ਆਫ ਸਟੇਟ ਗਵਰਨਮੈਂਟ ਜਾਂ ਰੋਲ ਆਫ ਨਾਨ ਗਵਰਨਮੈਂਟਲ ਬਾਡੀਜ਼, ਇਹਨਾਂ ਨਾਲ ਜਿਹੜੇ ਇਹ ਤਿੰਨ ਸ਼ਾਰਟ ਨੋਟ ਤਿਆਰ ਹੋ ਰਹੇ ਨੇ। ਹੁਣ ਤੁਹਾਨੂੰ ਜਿੰਨਾ ਸਿਲੇਬਸ ਮੈਂ ਇਹ ਸੈਕਸ਼ਨ ਦੇ ਵਿੱਚ ਦੱਸਿਆ, ਲੌਂਗ ਤੇ ਸ਼ਾਰਟ ਮੈਂ ਦੱਸਿਆ ਤੁਹਾਨੂੰ, ਤਾਂ 4 ਤੁਹਾਨੂੰ ਲੌਂਗ ਕੁਐਸਚਨ ਇਹਦੇ ਵਿੱਚੋਂ ਆਉਣੇ ਤੇ ਤੁਸੀਂ ਨੇ 2 ਕਰਨੇ ਆ। ਹੁਣ ਤੁਸੀਂ ਆਪਣਾ ਹੀ ਦੇਖ ਲੈਣਾ ਕਿ ਤੁਸੀਂ ਇਹਦੇ ਵਿੱਚੋਂ ਕਿੰਨਾ ਕੁ ਟੌਪਿਕ ਹੈ ਜਿਹੜਾ ਉਹ ਛੱਡਣਾ ਚਾਹੁੰਦੇ ਹੋ। ਨੈਕਸਟ ਹੈ ਸੈਕਸ਼ਨ ਬੀ। ਇਹਦੇ ਵਿੱਚ ਹੈਗਾ ਪਾਲਿਸੀ ਰਿਕਮੈਂਡੇਸ਼ਨ ਦੇ ਰਿਗਾਰਡਿੰਗ ਸਕੂਲ, ਨੈਸ਼ਨਲ ਐਜੂਕੇਸ਼ਨ ਕਮਿਸ਼ਨ 1964 to 66। ਹੁਣ ਜਿਹੜੇ 1964 ਤੋਂ 66 ਵਾਲਾ ਕਮਿਸ਼ਨ ਹੈ, ਨੈਸ਼ਨਲ ਐਜੂਕੇਸ਼ਨ ਕਮਿਸ਼ਨ NEC, ਤਾਂ ਇਹਦੇ ਵਿੱਚ ਜੋ ਰਿਕਮੈਂਡੇਸ਼ਨ ਨੇ ਉਹ ਸਿਰਫ ਰਿਗਾਰਡਿੰਗ ਸਕੂਲ ਨੇ। ਬਟ ਫਿਰ ਵੀ ਇਹ ਪੇਪਰ ਸੈੱਟ ਕਰਨ ਵਾਲੇ 'ਤੇ ਡਿਪੈਂਡ ਕਰਦਾ ਕਿ ਉਹ ਜਿਹੜਾ ਕੁਐਸਚਨ ਉਹ ਕਿਸ ਤਰ੍ਹਾਂ ਪਾਉਂਦਾ ਹੈ। ਹੁਣ ਇਹਦੇ ਵਿੱਚ ਪੂਰਾ ਕੁਐਸਚਨ ਹੈ ਜਿਹੜਾ ਉਹ ਇਸ ਤਰੀਕੇ ਨਾਲ ਨਹੀਂ ਆਏਗਾ। ਇਹਦੇ ਵਿੱਚ ਜਿਹੜੀਆਂ ਕੁਝ ਮੇਨ ਰਿਕਮੈਂਡੇਸ਼ਨਸ ਨੇ ਉਹਨਾਂ 2 ਜਾਂ 3 ਨੂੰ ਮਿਲਾ ਕੇ ਇੱਕ ਜਿਹੜਾ ਲੌਂਗ ਕੁਐਸਚਨ ਹੈ ਉਹ ਬਣ ਜਾਏਗਾ। ਹੁਣ ਸ਼ਾਰਟ ਨੋਟ, ਜਿਹੜੇ ਤੁਸੀਂ ਲੌਂਗ ਨੋਟ ਪੜ੍ਹਨਾ ਪੂਰਾ ਹੈ ਤੁਸੀਂ ਨੇ, ਕਿਉਂਕਿ ਸ਼ਾਰਟ ਨੋਟ ਦਾ ਇਹ ਨਹੀਂ ਪਤਾ ਹੁੰਦਾ ਵੀ ਕਿੱਥੋਂ ਜਿਹੜਾ ਪੇਪਰ ਸੈੱਟ ਕਰਨ ਵਾਲਾ ਉਹ ਪਾ ਦੇ। ਹੁਣ ਜਿੰਨੇ ਵੀ ਉਹਦੇ ਵਿੱਚ ਹੈਡਿੰਗਸ ਨੇ ਜਾਂ ਰਿਕਮੈਂਡੇਸ਼ਨਸ ਕਹਿ ਲਓ, ਤਾਂ ਕਿਸੇ ਇੱਕ ਰਿਕਮੈਂਡੇਸ਼ਨ 'ਤੇ ਵੀ ਜਿਹੜਾ ਸ਼ਾਰਟ ਨੋਟ ਆ ਉਹ ਬਣ ਸਕਦਾ ਹੈ। ਸਪੋਜ਼ ਕਰੋ ਮੈਂ ਤੁਹਾਨੂੰ ਐਗਜ਼ਾਮਪਲ ਦਿੰਦੀ ਹਾਂ ਮੈਥਡਸ ਆਫ ਟੀਚਿੰਗ, ਇਹਦੇ ਵਿੱਚ ਰਿਕਮੈਂਡੇਸ਼ਨ ਹੈ ਤੇ ਇਹੀ ਇੱਕ ਐਜ ਏ ਸ਼ਾਰਟ ਨੋਟ ਵੀ ਬਣ ਜਾਏਗਾ। ਨੈਕਸਟ ਹੈ ਮੇਜਰ ਰਿਕਮੈਂਡੇਸ਼ਨ ਦੇ ਰਿਗਾਰਡਿੰਗ NP 2020। ਇਹ ਬਹੁਤ ਇੰਪੋਰਟੈਂਟ ਹੈ ਬੱਚੇ, ਕਿਉਂਕਿ ਨਵਾਂ ਸਿਲੇਬਸ ਦੇ ਵਿੱਚ ਐਡ ਹੋਇਆ ਤੇ ਇਹ ਕਰੰਟ ਆਪਣੇ ਐਜੂਕੇਸ਼ਨਲ ਪਾਲਿਸੀ ਹੈ ਜਿਹੜਾ ਉਹਦੇ ਨਾਲ ਇਹ ਰਿਲੇਟਡ ਵੀ ਹੈ, ਐਜੂਕੇਸ਼ਨ ਸਿਸਟਮ ਦੇ ਨਾਲ। ਹੁਣ ਇਹਦੇ ਵਿੱਚ ਸਿਰਫ ਕੀ ਨੇ, ਰਿਕਮੈਂਡੇਸ਼ਨਸ ਨੇ NP 2020। ਮੈਨੂੰ ਵੀ ਪਤਾ ਵੀ ਕੁਐਸਚਨ ਹੈ ਜਿਹੜੇ ਕਾਫੀ ਲੌਂਗ ਹੈ, ਬਟ ਤੁਸੀਂ ਇਹਨੂੰ ਮੈਕਸੀਮਮ ਜਿਹੜੇ ਹੈਡਿੰਗ ਨੇ ਉਹ ਕਲੀਅਰ ਕਰ ਲਓ। ਹੈਡਿੰਗ ਕਲੀਅਰ ਕਰਨ ਤੋਂ ਬਾਅਦ ਕੀ ਹੋਵੇਗਾ, ਤੁਸੀਂ ਐਕਸਪਲੇਨ ਘੱਟ ਕਰ ਦਿਓ ਉਹਨਾਂ ਨੂੰ, ਕੋਈ ਚੱਕਰ ਨਹੀਂ ਹੈ। ਜੇ ਪੁਆਇੰਟਸ ਘੱਟ ਵੀ ਲਿਖੇ ਜਾਣਗੇ ਤਾਂ ਵੀ ਕੋਈ ਗੱਲ ਨਹੀਂ, ਬਟ ਜਿੰਨਾ ਤੁਸੀਂ ਲਿਖ ਰਹੇ ਹੋ ਉਹਨੂੰ ਸਹੀ ਤਰੀਕੇ ਨਾਲ ਕਲੀਅਰ ਕਰਨਾ ਹੈ। ਕਈ ਵਾਰ ਇਹ ਹੁੰਦਾ ਵੀ ਇੱਕ ਮੇਨ ਹੈਡਿੰਗ ਹੁੰਦਾ, ਫਿਰ ਉਸ ਤੋਂ ਬਾਅਦ ਸਬ ਹੈਡਿੰਗ, ਫਿਰ ਹੋਰ ਹੈਡਿੰਗਸ ਆ ਜਾਂਦੇ ਨੇ। ਕੋਈ ਬਹੁਤੀ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ, ਤੁਸੀਂ ਸਹੀ ਤਰੀਕੇ ਨਾਲ ਆਪਣੀ ਜਿਹੜੀ ਗੱਲ ਹੈ ਉਹਨੂੰ ਕਲੀਅਰ ਕਰਨਾ ਹੈ। ਹੁਣ ਸ਼ਾਰਟ ਨੋਟ ਵੀ ਇਹਦੇ ਵਿੱਚੋਂ ਹੀ ਬਣ ਜਾਣਗੇ, ਜਿਵੇਂ ਕਿ ਅਰਲੀ ਚਾਈਲਡਹੁੱਡ ਕੇਅਰ, ਤਾਂ ਇਹ ਇਹਦੇ ਵਿੱਚੋਂ ਐਜ ਏ ਸ਼ਾਰਟ ਨੋਟ ਵੀ ਬਣ ਰਿਹਾ। ਹੋਰ ਵੀ ਬਹੁਤ ਸਾਰੇ ਜਿਹੜੇ ਸ਼ਾਰਟ ਨੋਟ ਨੇ ਉਹ ਇਹਦੇ ਵਿੱਚੋਂ ਬਣ ਜਾਣਗੇ। ਨੈਕਸਟ ਹੈ ਨੈਸ਼ਨਲ ਨੌਲੇਜ ਕਮਿਸ਼ਨ 2005 ਪਾਲਿਸੀ ਰਿਕਮੈਂਡੇਸ਼ਨ। ਹੁਣ ਜਿਹੜਾ ਨੈਸ਼ਨਲ ਨੌਲੇਜ ਕਮਿਸ਼ਨ ਹੈ ਇਹਦੇ ਵਿੱਚ ਸਿਰਫ ਜਿਹੜੇ ਪਾਲਿਸੀ ਰਿਕਮੈਂਡੇਸ਼ਨਸ ਨੇ ਉਹ ਮੈਂਸ਼ਨ ਕੀਤੇ ਹੋਏ ਨੇ, ਬਟ ਜਦੋਂ ਅਸੀਂ ਬੁੱਕ ਖੋਲ੍ਹਦੇ ਹਾਂ ਤਾਂ ਇਹਦੇ ਵਿੱਚ ਬਹੁਤ ਕੁਝ ਐਕਸਟਰਾ ਦਿੱਤਾ ਹੁੰਦਾ ਹੈ। ਬਟ ਬੱਚੇ ਫਿਰ ਉਹੀ ਗੱਲ ਆ ਜਾਂਦੀ ਹੈ, ਜਿਹੜਾ ਪੇਪਰ ਸੈੱਟ ਕਰਨ ਵਾਲਾ ਹੋ ਸਕਦਾ ਜਦੋਂ ਉਹਦੇ ਕੋਲ ਬੁੱਕ ਖੁੱਲ੍ਹੀ ਹੋਵੇ ਤਾਂ ਉਹ ਇਕੱਲੀਆਂ ਪਾਲਿਸੀ ਰਿਕਮੈਂਡੇਸ਼ਨਸ ਪਾਉਣ ਦੀ ਬਜਾਏ ਜੋ ਬੁੱਕ ਦੇ ਵਿੱਚ ਹੋਰ ਦਿੱਤਾ ਹੈ ਉਹਦੇ ਵਿੱਚੋਂ ਐਜ ਏ ਸ਼ਾਰਟ ਨੋਟ ਜਾਂ ਕੋਈ ਹੋਰ ਜਿਹੜਾ ਲੌਂਗ ਕੁਐਸਚਨ ਆ ਉਹ ਬਣਾ ਲੇ। ਹੁਣ ਤੁਸੀਂ ਜੇਕਰ ਮੰਨ ਲਓ ਇਸ ਕੁਐਸਚਨ ਨੂੰ ਛੱਡਣਾ ਵੀ ਚਾਹੁੰਦੇ ਹੋ ਤਾਂ ਤੁਸੀਂ ਸ਼ਾਰਟ ਨੋਟ ਦੇ ਲਈ ਜ਼ਰੂਰ ਤਿਆਰੀ ਕਰਨੀ ਹੈ, ਜਿਹੜੇ ਇਹਦੇ ਵਿੱਚ ਜੋ ਗੱਲਾਂ ਦਿੱਤੀਆਂ ਗਈਆਂ ਨੇ, ਕਿਉਂਕਿ ਸ਼ਾਰਟ ਨੋਟ ਦੇ ਵਿੱਚ ਤਾਂ ਫਿਰ ਆਏਗਾ ਹੀ ਆਏਗਾ ਤੁਹਾਨੂੰ ਇੱਕ ਅੱਧਾ ਕੁਐਸਚਨ ਇਹਦੇ ਵਿੱਚੋਂ। ਨੈਕਸਟ ਹੈ ਬਿਰਲਾ ਅੰਬਾਨੀ ਰਿਪੋਰਟ ਔਨ ਪ੍ਰਾਈਵੇਟਾਈਜੇਸ਼ਨ ਆਫ ਹਾਇਰ ਐਜੂਕੇਸ਼ਨ। ਹੁਣ ਜਿਹੜੀ ਹਾਇਰ ਐਜੂਕੇਸ਼ਨ 'ਤੇ ਬਿਰਲਾ ਅੰਬਾਨੀ ਨੇ ਰਿਪੋਰਟ ਦਿੱਤੀ ਸੀ, ਇਹਦੇ ਵਿੱਚ ਕੀ ਨੇ, ਰਿਕਮੈਂਡੇਸ਼ਨਸ ਹੀ ਨੇ। ਮੀਨਸ ਜੋ ਬਿਰਲਾ ਅੰਬਾਨੀ ਰਿਪੋਰਟ ਹੈ ਇਹਦੀਆਂ ਰਿਕਮੈਂਡੇਸ਼ਨਸ ਨੇ ਉਹ ਤੁਸੀਂ ਇਹਦੇ ਵਿੱਚ ਲਿਖਣੀਆਂ ਨੇ। ਤੇ ਜੇਕਰ ਇਹਦੇ ਨਾਲ ਕੁਝ ਹੋਰ ਜਿਹੜਾ ਐਕਸਟਰਾ ਬੁੱਕ ਦੇ ਵਿੱਚ ਦਿੱਤਾ ਹੋਇਆ ਤਾਂ ਉਹਦੇ ਅਕੋਰਡਿੰਗ ਤੁਸੀਂ ਵਿੱਚੋਂ ਜਿਹੜੇ ਸ਼ਾਰਟ ਨੋਟ ਨੇ ਉਹ ਵੀ ਕੱਢ ਸਕਦੇ ਹੋ, ਕਿਉਂਕਿ ਇਹਦੇ 'ਚ ਕੀ ਹੈ ਵੀ ਨਾਲ ਇਹ ਹੈ ਵੀ ਰਿਪੋਰਟ ਆਫ ਕਮੇਟੀਜ਼ ਅਪੁਆਇੰਟਡ ਟੂ ਨੋ ਇੰਪੈਕਟ ਆਫ ਪ੍ਰਾਈਵੇਟਾਈਜੇਸ਼ਨ, ਵੀ ਜਿਹੜੀ ਪ੍ਰਾਈਵੇਟਾਈਜੇਸ਼ਨ ਹੈ ਉਹਦਾ ਕੀ ਇੰਪੈਕਟ ਪਿਆ, ਤੇ ਪ੍ਰਾਈਵੇਟਾਈਜੇਸ਼ਨ ਆਫ ਐਜੂਕੇਸ਼ਨ ਇਨ ਇੰਡੀਆ। ਹੁਣ ਇਹ ਕੀ ਬਣ ਰਹੇ ਨੇ ਇਹਦੇ ਵਿੱਚੋਂ ਸ਼ਾਰਟ ਨੋਟ। ਹੁਣ ਜੇਕਰ ਤੁਹਾਨੂੰ ਸਿਰਫ ਸ਼ਾਰਟ ਦੇ ਵਿੱਚ ਇਹ ਹੁੰਦਾ ਕਿ ਰਿਕਮੈਂਡੇਸ਼ਨਸ ਆਫ ਬਿਰਲਾ ਅੰਬਾਨੀ ਰਿਪੋਰਟ, ਤਾਂ ਤੁਸੀਂ ਉਹੀ ਜਿਹੜੇ 7-8 ਪੁਆਇੰਟਸ ਨੇ, ਜਾਂ ਜੇ ਤੁਸੀਂ ਵੱਧ ਲਿਖ ਸਕਦੇ ਹੋ ਆਪਣੇ ਅਕੋਰਡਿੰਗ, ਸਿਰਫ ਭਰਨਾ ਤਾਂ 1 ਤੋਂ 1.5 ਪੇਜ ਹੀ ਹੁੰਦਾ, ਤੁਸੀਂ ਨੇ
ਬਟ ਤੁਸੀਂ ਦੇਖਣਾ ਵੀ ਕਿ ਤੁਸੀਂ ਕਿੰਨੇ ਕੁ ਪੇਜ ਦੇ ਵਿੱਚ ਜਿਹੜਾ ਕਿੰਨੇ ਕੁ ਪੁਆਇੰਟਸ ਕਲੀਅਰ ਕਰ ਸਕਦੇ ਹੋ, 1 ਤੋਂ 1.5 ਪੇਜ ਦੇ ਵਿੱਚ, ਇਹ ਦੇਖਣਾ ਤੁਸੀਂ ਨੇ। ਹੁਣ ਜਿਹੜਾ ਬਿਰਲਾ ਅੰਬਾਨੀ ਰਿਪੋਰਟ ਹੈ ਇਹ 'ਤੇ ਵੀ ਜਿਹੜਾ ਲੌਂਗ ਕੁਐਸਚਨ ਹੈ ਸਿਰਫ ਉਹੀ ਬਣ ਰਿਹਾ ਹੈ